ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਆਲੇ-ਦੁਆਲੇ ਕੁਝ ਅਜਿਹੀਆਂ ਤਾਕਤਾਂ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ? ਅੱਜ ਅਸੀਂ ਜਿਸ ਘਟਨਾ ਨੂੰ ਡੀਕੋਡ ਕਰਨ ਜਾ ਰਹੇ ਹਾਂ, ਉਹ 1987 ਦੇ ਦਿੱਲੀ ਦੇ ਗਾਂਧੀਨਗਰ ਇਲਾਕੇ ਦੀ ਹੈ। ਇਹ ਸੁਣਨ ਵਿੱਚ ਬੇਸ਼ੱਕ ਕਿਸੇ ਡਰਾਉਣੀ ਫਿਲਮ ਵਰਗੀ ਲੱਗਦੀ ਹੈ, ਪਰ ਯਕੀਨ ਮੰਨੋ ਇਹ ਇੱਕ ਬਿਲਕੁਲ ਸੱਚੀ ਅਤੇ ਰੂਹ ਕੰਬਾਊ ਘਟਨਾ ਹੈ। ਆਓ ਇਸ ਰਹੱਸ ਨੂੰ ਸ਼ੁਰੂ ਤੋਂ ਸਮਝਦੇ ਹਾਂ। ਇੱਥੋਂ ਨਿਕਲ ਜਾਓ, ਨਹੀਂ ਤਾਂ ਮੈਂ ਸਭ ਨੂੰ ਮਾਰ ਦੇਵਾਂਗੀ। ਜ਼ਰਾ ਸੋਚੋ, ਜੇਕਰ ਕੋਈ ਅਦਿੱਖ ਤਾਕਤ ਰਾਤ ਦੇ ਹਨੇਰੇ ਵਿੱਚ ਤੁਹਾਡੇ ਕੰਨ ਵਿੱਚ ਬਿਲਕੁਲ ਨੇੜਿਓਂ ਇਹ ਕਹੇ ਤਾਂ ਕੀ ਹਾਲ ਹੋਵੇਗਾ? ਇਹ ਸਿਰਫ ਕੋਈ ਕਹਾਣੀ ਨਹੀਂ ਹੈ, ਇਹ ਬਿਲਕੁਲ ਉਹੀ ਖੌਫਨਾਕ ਲਫ਼ਜ਼ ਨੇ ਜੋ ਇੱਕ ਡਰੀ ਹੋਈ ਮਾਂ ਨੇ ਆਪਣੇ ਕੰਨਾਂ ਨਾਲ ਸੁਣੇ ਸੀ। ਪਰ ਇਹ ਨੌਬਤ ਆਈ ਕਿਵੇਂ? ਆਓ ਦੇਖੀਏ। ਤਾਂ ਸ਼ੁਰੂਆਤ ਹੁੰਦੀ ਹੈ ਇਸ ਪਹਿਲੇ ਪੜਾਅ ਤੋਂ, ਯਾਨੀ ਦਿੱਲੀ ਦਾ ਇੱਕ ਸਸਤਾ ਕਿਰਾਏ ਦਾ ਘਰ। ਗੱਲ ਇਹ ਹੈ ਕਿ ਰਮੇਸ਼ ਨਾਮ ਦਾ ਇੱਕ ਬਹੁਤ ਹੀ ਪ੍ਰੈਕਟੀਕਲ ਬਿਲਕੁਲ ਤਰਕ ਨਾਲ ਸੋਚਣ ਵਾਲਾ ਇਨਸਾਨ ਆਪਣੇ ਪਰਿਵਾਰ ਨੂੰ ਲੈ ਕੇ ਪੱਛਮੀ ਬੰਗਾਲ ਤੋਂ ਦਿੱਲੀ ਦੇ ਇਸ ਘਰ ਵਿੱਚ ਆਇਆ। ਹੁਣ ਇਸ ਘਰ ਦੇ ਨਕਸ਼ੇ ਨੂੰ ਥੋੜਾ ਧਿਆਨ ਨਾਲ ਸਮਝੋ। ਅੱਗੇ ਇੱਕ ਵਧੀਆ ਖੁੱਲਾ ਵਿਹੜਾ ਸੀ ਜਿੱਥੇ ਜਾਮੁਨ ਅਤੇ ਅੰਬ ਦੇ ਵੱਡੇ-ਵੱਡੇ ਦਰਖਤ ਲੱਗੇ ਹੋਏ ਸੀ। ਗਰਾਊਂਡ ਫਲੋਰ ਤੇ ਮਕਾਨ ਮਾਲਕ ਦਾ ਆਪਣਾ ਪਰਿਵਾਰ ਰਹਿੰਦਾ ਸੀ ਤੇ ਉੱਪਰਲੀ ਮੰਜ਼ਿਲ ਤੇ ਰਮੇਸ਼ ਨੇ ਇੱਕ ਕਮਰਾ ਕਿਰਾਏ ਤੇ ਲਿਆ ਸੀ। ਪਰ ਅਸਲ ਕਹਾਣੀ ਇੱਥੇ ਲੁਕੀ ਹੈ। ਰਮੇਸ਼ ਦੇ ਕਮਰੇ ਦੇ ਬਿਲਕੁਲ ਨਾਲ ਇੱਕ ਹੋਰ ਕਮਰਾ ਸੀ ਜੋ ਪਤਾ ਨਹੀਂ ਕਿਉਂ ਪਰ ਹਮੇਸ਼ਾ ਰਹੱਸਮੀ ਤਰੀਕੇ ਨਾਲ ਤਾਲਾਬੰਦ ਰਹਿੰਦਾ ਸੀ, ਤੇ ਇਹੀ ਕਮਰਾ ਅੱਗੇ ਜਾ ਕੇ ਸਾਰੀ ਖੇਡ ਬਦਲਣ ਵਾਲਾ ਸੀ। ਹੁਣ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ। ਰਮੇਸ਼ ਦੀ ਭੈਣ ਜੋ ਉੱਥੇ ਨੇੜੇ ਹੀ ਰਹਿੰਦੀ ਸੀ ਨੇ ਪਹਿਲਾਂ ਹੀ ਵਾਰਨਿੰਗ ਦਿੱਤੀ ਸੀ ਕਿ ਇਸ ਘਰ ਵਿੱਚ ਕੁਝ ਤਾਂ ਗੜਬੜ ਹੈ। ਪਰ ਹੁੰਦਾ ਕੀ ਹੈ ਨਾ, ਜਦੋਂ ਸਾਨੂੰ ਕੋਈ ਚੀਜ਼ ਸਸਤੀ ਮਿਲ ਰਹੀ ਹੋਵੇ ਤਾਂ ਅਸੀਂ ਅਕਸਰ ਚੇਤਾਵਨੀਆਂ ਨੂੰ ਇਗਨੋਰ ਕਰ ਦਿੰਦੇ ਹਾਂ। ਰਮੇਸ਼ ਨੇ ਵੀ ਇਹੀ ਕੀਤਾ। ਕਮਰਾ ਬਹੁਤ ਸਸਤਾ ਸੀ ਤੇ ਉਹ ਪਹਿਲਾਂ ਹੀ 2 ਮਹੀਨੇ ਦਾ ਐਡਵਾਂਸ ਕਿਰਾਇਆ ਦੇ ਚੁੱਕਾ ਸੀ, ਇਸ ਲਈ ਉਸਨੇ ਆਪਣੀ ਭੈਣ ਦੀ ਗੱਲ ਨੂੰ ਬਿਲਕੁਲ ਹਲਕੇ ਵਿੱਚ ਲੈ ਲਿਆ। ਫਿਰ ਸ਼ੁਰੂ ਹੁੰਦਾ ਹੈ ਸਾਡਾ ਦੂਜਾ ਪੜਾਅ, ਪਹਿਲੇ ਪਰਛਾਵੇਂ, ਜਿੱਥੋਂ ਅਸਲ ਡਰ ਨੇ ਦਸਤਕ ਦਿੱਤੀ। ਹੁਣ ਇਸ ਘਰ ਦਾ ਮਾਹੌਲ ਦੇਖੋ ਕਿਵੇਂ ਬਦਲਦਾ ਹੈ। ਇੱਥੇ 2 ਬਿਲਕੁਲ ਵੱਖਰੀਆਂ ਸੋਚਾਂ ਟਕਰਾ ਰਹੀਆਂ ਸੀ। ਇੱਕ ਪਾਸੇ ਮਾਂ ਸੀ ਜੋ ਨਕਾਰਾਤਮਕ ਊਰਜਾਵਾਂ ਪ੍ਰਤੀ ਬਹੁਤ ਸੈਂਸਿਟਿਵ ਸੀ। ਉਸਨੇ ਕਦੇ ਪਰਦੇ ਦੇ ਪਿੱਛੇ ਪਰਛਾਵੇਂ ਤੁਰਦੇ ਦੇਖੇ ਤੇ ਕਦੇ ਸਾਰੀ ਰਾਤ ਬਾਹਰ ਕਿਸੇ ਦੇ ਤੁਰਨ ਦੀਆਂ ਆਵਾਜ਼ਾਂ ਸੁਣੀਆਂ। ਪਰ ਦੂਜੇ ਪਾਸੇ ਪਿਤਾ ਰਮੇਸ਼ ਹਰ ਚੀਜ਼ ਦਾ ਕੋਈ ਨਾ ਕੋਈ ਲੌਜਿਕ ਲੱਭ ਲੈਂਦਾ ਸੀ। ਉਸਨੇ ਕਹਿ ਦਿੱਤਾ ਕਿ ਛੱਡੋ, ਇਹ ਸਭ ਤਾਂ ਬਸ ਲੰਬੇ ਸਫ਼ਰ ਦੀ ਥਕਾਵਟ ਤੇ ਨਵੀਂ ਜਗ੍ਹਾ ਦਾ ਸਟ੍ਰੈਸ ਹੈ। ਇਹ ਅਕਸਰ ਹੁੰਦਾ ਹੈ ਨਾ, ਅਸੀਂ ਆਉਣ ਵਾਲੇ ਕਿਸੇ ਵੱਡੇ ਖਤਰੇ ਨੂੰ ਸ਼ੁਰੂ ਵਿੱਚ ਮੰਨਣ ਤੋਂ ਹੀ ਇਨਕਾਰ ਕਰ ਦਿੰਦੇ ਹਾਂ। ਖੈਰ ਗੱਲ ਇੱਥੇ ਹੀ ਨਹੀਂ ਰੁਕੀ। ਬੰਗਾਲੀ ਸੱਭਿਆਚਾਰ ਵਿੱਚ ਨਾ ਇੱਕ ਬੜਾ ਆਮ ਜਿਹਾ ਸ਼ਬਦ ਹੈ, ਹਾਊ, ਯਾਨੀ ਕਿ ਭੂਤ। ਮਾਪੇ ਅਕਸਰ ਆਪਣੇ ਬੱਚਿਆਂ ਨੂੰ ਖਾਣਾ ਖਵਾਉਣ ਜਾਂ ਸ਼ਰਾਰਤਾਂ ਤੋਂ ਰੋਕਣ ਲਈ ਡਰਾਉਂਦੇ ਨੇ ਕਿ ਜਲਦੀ ਖਾ ਲੈ ਨਹੀਂ ਤਾਂ ਹਾਊ ਆ ਜਾਵੇਗਾ। ਪਰ ਜ਼ਰਾ ਉਸ ਮਾਂ ਦੀ ਹਾਲਤ ਸੋਚੋ ਜਦੋਂ ਇੱਕ ਦਿਨ ਉਸਨੇ ਆਪਣੇ 2 ਸਾਲ ਦੇ ਬੱਚੇ ਨੂੰ ਇੱਕ ਬਿਲਕੁਲ ਖਾਲੀ ਕਮਰੇ ਵਿੱਚ ਬੈਠੇ ਕਿਸੇ ਅਦਿੱਖ ਚੀਜ਼ ਵੱਲ ਦੇਖ ਕੇ ਹੱਸਦੇ ਤੇ ਗੱਲਾਂ ਕਰਦੇ ਦੇਖਿਆ। ਉਹ ਮਜ਼ਾਕ ਵਾਲਾ ਸ਼ਬਦ ਹੁਣ ਅਚਾਨਕ ਉਹਨਾਂ ਦੇ ਸਾਹਮਣੇ ਇੱਕ ਡਰਾਵਣੀ ਹਕੀਕਤ ਬਣ ਕੇ ਖੜਾ ਸੀ। ਇੱਥੋਂ ਅਸੀਂ ਆਉਂਦੇ ਹਾਂ ਤੀਜੇ ਪੜਾਅ ਤੇ, ਜਦੋਂ ਇਹ ਭਿਆਨਕ ਸਿਲਸਿਲਾ ਸਿੱਧੇ ਹਮਲਿਆਂ ਵਿੱਚ ਬਦਲ ਗਿਆ। ਹੁਣ ਤੱਕ ਤਾਂ ਸਿਰਫ ਪਰਛਾਵੇਂ ਤੇ ਆਵਾਜ਼ਾਂ ਸੀ, ਪਰ ਫਿਰ ਸ਼ੁਰੂ ਹੋਏ ਸਿੱਧੇ ਸਰੀਰਕ ਹਮਲੇ। ਸਭ ਤੋਂ ਪਹਿਲਾਂ ਸੁੱਤੇ ਪਈ ਮਾਂ ਦੇ ਉੱਪਰੋਂ ਰਾਤ ਨੂੰ ਕਿਸੇ ਨੇ ਹੌਲੀ ਜੀ ਕੰਬਲ ਖਿੱਚ ਲਿਆ। ਉਸ ਤੋਂ ਬਾਅਦ ਪਹਿਲੀ ਮੰਜ਼ਿਲ ਦੀ ਉਸ ਖਿੜਕੀ ਤੇ ਦਸਤਕ ਹੋਣ ਲੱਗੀ ਜਿਸ ਦੇ ਬਿਲਕੁਲ ਬਾਹਰ ਸਿਰਫ ਇੱਕ ਖਾਲੀ ਤੇ ਤੰਗ ਗਲੀ ਸੀ। ਮਤਲਬ ਜ਼ਮੀਨ ਤੋਂ ਇੰਨੀ ਉੱਪਰ ਬਾਹਰਲੇ ਪਾਸੇ ਕੋਈ ਇਨਸਾਨ ਖੜਾ ਹੋ ਕੇ ਦਸਤਕ ਕਿਵੇਂ ਦੇ ਸਕਦਾ? ਇਹ ਤਾਂ ਬਿਲਕੁਲ ਹੀ ਅਸੰਭਵ ਸੀ। ਤੇ ਸਭ ਤੋਂ ਵੱਧ ਖੌਫਨਾਕ ਗੱਲ ਤਾਂ ਇਹ ਸੀ ਕਿ ਉਸੇ ਖਿੜਕੀ ਵਿੱਚੋਂ ਇੱਕ ਬਹੁਤ ਹੀ ਗੁੱਸੇ ਵਾਲੀ ਗੈਰ ਮਨੁੱਖੀ ਆਵਾਜ਼, ਇੱਕ ਡਰਾਉਣੀ ਗੁਰਰਾਹਟ ਸੁਣਾਈ ਦਿੱਤੀ। ਹਾਲਾਤ ਇੰਨੇ ਜ਼ਿਆਦਾ ਵਿਗੜ ਗਏ ਕਿ ਘਰ ਦਾ 4 ਸਾਲ ਦਾ ਬੱਚਾ ਸਾਰਥਕ ਡਰ ਨਾਲ ਚੀਖ ਪਿਆ, ਮੰਮੀ ਉਹ ਕਿਵੇਂ ਆਇਆ? ਉਹ ਸਾਨੂੰ ਆਪਣੇ ਨਾਲ ਲੈ ਜਾਵੇਗਾ। ਜਦੋਂ ਇਸ ਡਰੇ ਹੋਏ ਪਰਿਵਾਰ ਨੇ ਮਕਾਨ ਮਾਲਕ ਨੂੰ ਜਾ ਕੇ ਸਭ ਦੱਸਿਆ ਤਾਂ ਪਤਾ ਉਸਨੇ ਕੀ ਕਿਹਾ? ਉਸ ਬਜ਼ੁਰਗ ਨੇ ਬੜੀ ਹੀ ਚਾਲਾਕੀ ਨਾਲ ਗੱਲ ਟਾਲਦਿਆਂ ਕਹਿ ਦਿੱਤਾ, ਅਰੇ ਨਹੀਂ, ਘਰ ਵਿੱਚ ਕੋਈ ਦਿੱਕਤ ਨਹੀਂ ਹੈ, ਸ਼ਾਇਦ ਬੱਚੇ ਨੇ ਕੋਈ ਬਿੱਲੀ ਵਗੈਰਾ ਦੇਖ ਲਈ ਹੋਣੀ। ਬਿਲਕੁਲ ਹੀ ਬੇਤੁਕੀ ਗੱਲ। ਹੁਣ ਇਸ ਟਾਈਮਲਾਈਨ ਤੇ ਜ਼ਰਾ ਗੌਰ ਕਰੋ ਕਿ ਇਹ ਸਾਰਾ ਕੁਝ ਕਿੰਨੀ ਤੇਜ਼ੀ ਨਾਲ ਹੋਇਆ। ਪਹਿਲੇ ਦਿਨ ਪਰਿਵਾਰ ਸ਼ਿਫਟ ਹੁੰਦਾ ਹੈ, 5ਵੇਂ ਦਿਨ ਉਹਨਾਂ ਨੂੰ ਕੋਰੀਡੋਰ ਵਿੱਚ ਪਰਛਾਵੇਂ ਦਿਸਦੇ ਨੇ, 7ਵੇਂ ਦਿਨ ਸਿੱਧੀ ਸਰੀਰਕ ਛੋਹ ਤੇ ਉਹ ਖੌਫਨਾਕ ਗੁਰਰਾਹਟਾਂ, ਅਤੇ 9ਵੇਂ ਦਿਨ ਇੱਕ ਅਜਿਹਾ ਹਿੰਸਕ ਹਮਲਾ ਹੁੰਦਾ ਹੈ ਜਿਸ ਨੇ ਉਹਨਾਂ ਨੂੰ ਰਾਤੋਂ ਰਾਤ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਸੋਚ ਕੇ ਦੇਖੋ, ਇਹ ਸਭ ਕੁਝ ਸਿਰਫ ਤੇ ਸਿਰਫ 9 ਦਿਨਾਂ ਦੇ ਅੰਦਰ ਵਾਪਰ ਗਿਆ। ਤੇ ਫਿਰ ਆਇਆ ਉਹ ਚੌਥਾ ਪੜਾਅ, ਆਖਰੀ ਧਮਕੀ, ਜਦੋਂ ਸੱਚਾਈ ਦਾ ਬਿਲਕੁਲ ਆਮੋ-ਸਾਹਮਣਾ ਹੋ ਗਿਆ। ਉਹ ਐਤਵਾਰ ਦੀ ਸਵੇਰ ਸੀ ਜਦੋਂ ਉਸ ਅਦਿੱਖ ਤਾਕਤ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। 4 ਸਾਲ ਦੇ ਬੱਚੇ ਸਾਰਥ ਨੂੰ ਕਿਸੇ ਨੇ ਇੰਨੇ ਜ਼ੋਰਦਾਰ ਧੱਕੇ ਨਾਲ ਮੰਜੇ ਤੋਂ ਹੇਠਾਂ ਸੁੱਟਿਆ ਕਿ ਸਭ ਸੁੰਨ ਰਹਿ ਗਏ। ਮਾਂ ਨੇ ਆਪਣੇ ਕੰਨਾਂ ਵਿੱਚ ਬਿਲਕੁਲ ਨੇੜੇ ਉਸੇ ਔਰਤ ਦੀ ਧਮਕੀ ਭਰੀ ਆਵਾਜ਼ ਸੁਣੀ। ਜਦੋਂ ਉਹ ਵਿਚਾਰੀ ਆਪਣੇ ਬੱਚੇ ਨੂੰ ਬਚਾਉਣ ਲਈ ਪੌੜੀਆਂ ਵੱਲ ਭੱਜੀ ਤਾਂ ਉਸ ਤਾਕਤ ਨੇ ਮਾਂ ਤੇ ਬੱਚੇ ਦੋਵਾਂ ਨੂੰ ਪੌੜੀਆਂ ਤੋਂ ਹੇਠਾਂ ਧੱਕਾ ਦੇ ਦਿੱਤਾ। ਇਸ ਭਿਆਨਕ ਹਮਲੇ ਵਿੱਚ ਸਾਰਥ ਦੇ ਸਿਰ ਵਿੱਚੋਂ ਖੂਨ ਵਗਣ ਲੱਗ ਪਿਆ। ਮਤਲਬ ਉਸ ਸ਼ਕਤੀ ਨੇ ਉਸ ਘਰ ਦੀਆਂ ਪੌੜੀਆਂ ਨੂੰ ਹੀ ਉਹਨਾਂ ਦੇ ਖਿਲਾਫ ਇੱਕ ਹਥਿਆਰ ਵਾਂਗ ਵਰਤਿਆ।
ਉਸੇ ਐਤਵਾਰ ਦੀ ਸ਼ਾਮ ਦੀ ਗੱਲ ਹੈ। ਰਮੇਸ਼ ਕਮਰੇ ਵਿੱਚ ਇਕੱਲਾ ਬੈਠਾ ਇੱਕ ਚਿੱਠੀ ਲਿਖ ਰਿਹਾ ਸੀ। ਅਚਾਨਕ ਖਿੜਕੀ ਤੇ ਫਿਰ ਤੋਂ ਉਹੀ ਜ਼ੋਰਦਾਰ ਦਸਤਕ ਹੋਈ। ਰਮੇਸ਼, ਜੋ ਅਜੇ ਵੀ ਆਪਣੇ ਤਰਕ ਵਿੱਚ ਫਸਿਆ ਸੀ ਤੇ ਸੋਚ ਰਿਹਾ ਸੀ ਕਿ ਇਹ ਕੋਈ ਆਮ ਚੋਰੂ ਚੱਕਾ ਹੋਵੇਗਾ, ਉਸਨੇ ਕੋਲ ਪਿਆ ਇੱਕ ਡੰਡਾ ਚੁੱਕਿਆ ਅਤੇ ਇੱਕਦਮ ਪਰਦਾ ਪਿੱਛੇ ਖਿੱਚ ਲਿਆ। ਉਹ ਪੂਰੀ ਤਰ੍ਹਾਂ ਤਿਆਰ ਸੀ ਕਿ ਜੋ ਵੀ ਇਨਸਾਨ ਬਾਹਰ ਹੈ ਅੱਜ ਉਸਦੀ ਖੈਰ ਨਹੀਂ। ਪਰ ਦੋਸਤੋ, ਜਿਵੇਂ ਹੀ ਉਸਨੇ ਪਰਦਾ ਹਟਾਇਆ, ਉੱਥੇ ਕੋਈ ਚੋਰ ਨਹੀਂ ਸੀ। ਪਹਿਲੀ ਮੰਜ਼ਿਲ ਦੀ ਉਸ ਖਿੜਕੀ ਦੇ ਬਾਹਰ, ਜਿੱਥੇ ਖੜਨ ਲਈ ਜ਼ਮੀਨ ਦਾ 1 ਇੰਚ ਵੀ ਨਹੀਂ ਸੀ, ਉੱਥੇ ਹਵਾ ਵਿੱਚ ਤੈਰਦੀ ਹੋਈ ਇੱਕ ਕੁੜੀ ਸੀ। ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਫਾਟੀਆਂ ਹੋਈਆਂ ਸੀ, ਵਾਲ ਉਸਦੇ ਚਿਹਰੇ ਤੇ ਬਿਖਰੇ ਹੋਏ ਸੀ ਅਤੇ ਉਹ ਇੰਨੀ ਡਰਾਉਣੀ ਲੱਗ ਰਹੀ ਸੀ ਕਿ ਕਿਸੇ ਦਾ ਵੀ ਖੂਨ ਜੰਮ ਜਾਵੇ। ਅਤੇ ਉਹ ਲਗਾਤਾਰ ਬਿਨਾਂ ਪਲਕ ਛਿਪਕਾਏ ਸਿੱਧਾ ਰਮੇਸ਼ ਦੀਆਂ ਅੱਖਾਂ ਵਿੱਚ ਦੇਖ ਰਹੀ ਸੀ। ਅਤੇ ਫਿਰ ਉਸ ਹਵਾ ਵਿੱਚ ਤੈਰਦੀ ਰੂਹ ਨੇ ਬਿਲਕੁਲ ਉਹੀ ਸ਼ਬਦ ਦੁਹਰਾਏ ਜੋ ਮਾਂ ਨੇ ਸੁਣੇ ਸੀ, ਕੀ ਤੁਸੀਂ ਇੱਥੋਂ ਜ਼ਿੰਦਾ ਬਾਹਰ ਜਾਣਾ ਚਾਹੁੰਦੇ ਹੋ ਜਾਂ ਫਿਰ ਮੈਂ ਸਭ ਨੂੰ ਮਾਰ ਦੇਵਾਂਗੀ। ਬਸ ਹੁਣ ਰਮੇਸ਼ ਦੇ ਸਾਰੇ ਲੌਜਿਕ, ਸਾਰੇ ਤਰਕ ਤਰੇ ਦੇ ਤਰੇ ਰਹਿ ਗਏ। ਆਪਣੀਆਂ ਅੱਖਾਂ ਸਾਹਮਣੇ ਮੌਤ ਦੇਖ ਕੇ ਉਹ ਪ੍ਰੈਕਟੀਕਲ ਪਿਤਾ ਇੰਨੀ ਬੁਰੀ ਤਰ੍ਹਾਂ ਕੰਬ ਗਿਆ ਕਿ ਉਸਨੇ ਤੁਰੰਤ ਕਮਰੇ ਨੂੰ ਤਾਲਾ ਲਗਾਇਆ ਅਤੇ ਪਰਿਵਾਰ ਨੂੰ ਲੈ ਕੇ ਰਾਤੋਂ ਰਾਤ ਆਪਣੀ ਭੈਣ ਦੇ ਘਰ ਭੱਜ ਗਿਆ। ਅਤੇ ਅੰਤ ਵਿੱਚ ਆਂਦਾ ਹੈ ਸਾਡਾ 5ਵਾਂ ਪੜਾਅ, ਇੱਕ ਬਹੁਤ ਹੀ ਦਰਦਨਾਕ ਰਾਜ਼, ਉਸ ਤਾਲਾਬੰਦ ਕਮਰੇ ਦੀ ਅਸਲੀਅਤ। ਅਗਲੀ ਸਵੇਰ ਜਦੋਂ ਰਮੇਸ਼ ਮਕਾਨ ਮਾਲਕ ਕੋਲ ਗਿਆ ਅਤੇ ਸਾਫ਼ ਕਹਿ ਦਿੱਤਾ ਕਿ ਅਸੀਂ ਤੁਰੰਤ ਕਾਰ ਖਾਲੀ ਕਰ ਰਹੇ ਹਾਂ ਅਤੇ ਸਾਡਾ ਐਡਵਾਂਸ ਵਾਪਸ ਕਰੋ, ਤਾਂ ਮਾਲਕ ਦਾ ਰਿਐਕਸ਼ਨ ਦੇਖਣ ਵਾਲਾ ਸੀ। ਬਜਾਏ ਹੈਰਾਨ ਹੋਣ ਦੇ, ਉਸਨੇ ਇੱਕ ਬਹੁਤ ਹੀ ਅਜੀਬ ਜਿਹਾ ਆਈਡੀਆ ਦਿੱਤਾ। ਕਹਿੰਦਾ, ਪਰਿਵਾਰ ਨੂੰ 15 ਦਿਨਾਂ ਲਈ ਪਿੰਡ ਭੇਜ ਦਿਓ, ਪਰ ਕਿਰਾਇਆ ਲਗਾਤਾਰ ਦਿੰਦੇ ਰਹੋ। ਮਤਲਬ ਇਸ ਤੋਂ ਬਿਲਕੁਲ ਸਾਫ਼ ਸੀ ਕਿ ਮਕਾਨ ਮਾਲਕ ਨੂੰ ਪਹਿਲਾਂ ਤੋਂ ਹੀ ਪੂਰੀ ਖਬਰ ਸੀ ਕਿ ਉਸ ਘਰ ਵਿੱਚ ਕੀ ਖਤਰਾ ਘੁੰਮ ਰਿਹਾ ਹੈ। ਆਖਿਰ ਜਦੋਂ ਇਹ ਪਰਿਵਾਰ ਉੱਥੋਂ ਹਮੇਸ਼ਾ ਲਈ ਚਲਾ ਗਿਆ ਤਾਂ ਕੁਝ ਦਿਨਾਂ ਬਾਅਦ ਗੁਆਂਢੀਆਂ ਤੋਂ ਅਸਲ ਸੱਚਾਈ ਸਾਹਮਣੇ ਆਈ। ਦਰਅਸਲ ਉਸ ਮਕਾਨ ਮਾਲਕ ਦੀ ਇੱਕ 22 ਸਾਲ ਦੀ ਧੀ ਸੀ। ਉਹ ਕੁੜੀ ਕਿਸੇ ਨਾਲ ਪਿਆਰ ਕਰਦੀ ਸੀ ਤੇ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਪਰਿਵਾਰ ਨੇ ਸਾਫ਼ ਇਨਕਾਰ ਕਰ ਦਿੱਤਾ। ਉਸ ਨਿਰਾਸ਼ਾ ਅਤੇ ਟੁੱਟੇ ਹੋਏ ਦਿਲ ਨਾਲ ਉਸ ਕੁੜੀ ਨੇ ਉਸਸੇ ਨਾਲ ਵਾਲੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ ਸੀ। ਹਾਂਜੀ, ਬਿਲਕੁਲ ਸਹੀ ਸੋਚਿਆ ਤੁਸੀਂ, ਇਹ ਉਹੀ ਕਮਰਾ ਸੀ ਜੋ ਹਮੇਸ਼ਾ ਰਹੱਸਮਈ ਢੰਗ ਨਾਲ ਤਾਲਾ ਬੰਦ ਰਹਿੰਦਾ ਸੀ। ਪਰ ਸਭ ਤੋਂ ਅਫਸੋਸ ਦੀ ਗੱਲ ਇਹ ਹੈ ਕਿ ਇਹ ਪੂਰਾ ਦੁਖਾਂਤ ਇਨਸਾਨੀ ਹੰਕਾਰ ਕਰਕੇ ਹੋਰ ਵੀ ਭਿਆਨਕ ਹੋ ਗਿਆ ਸੀ। ਮਾਪਿਆਂ ਨੇ ਆਪਣੀ ਝੂਠੀ ਇੱਜ਼ਤ ਅਤੇ ਹਉਮੈ ਖਾਤਰ ਆਪਣੀ ਹੀ ਧੀ ਦੀਆਂ ਅੰਤਿਮ ਰਸਮਾਂ ਸਹੀ ਢੰਗ ਨਾਲ ਨਹੀਂ ਕੀਤੀਆਂ ਤੇ ਨਤੀਜਾ, ਉਹ ਤੜਫਦੀ, ਗੁੱਸੇ ਨਾਲ ਭਰੀ ਰੂਹ ਉਸੇ ਕਮਰੇ ਵਿੱਚ ਕੈਦ ਹੋ ਕੇ ਰਹਿ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰਮੇਸ਼ ਤੇ ਪਰਿਵਾਰ ਤੋਂ ਪਹਿਲਾਂ ਵੀ ਇੱਕ ਹੋਰ ਕਿਰਾਏਦਾਰ ਦਾ ਬੱਚਾ ਛੱਤ ਤੇ ਪਤੰਗ ਉਡਾਉਂਦੇ ਸਮੇਂ ਉਸੇ ਰੂਹ ਦੁਆਰਾ ਧੱਕਾ ਦਿੱਤੇ ਜਾਣ ਕਰਕੇ ਆਪਣੀ ਜਾਨ ਗਵਾ ਚੁੱਕਾ ਸੀ। ਮਤਲਬ ਕਿ ਇਹ ਖੇਡ ਪਹਿਲਾਂ ਤੋਂ ਚੱਲ ਰਹੀ ਸੀ। ਇਸ ਸਾਰੀ ਘਟਨਾ ਨੇ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਡੂੰਘੀ ਸੋਚ ਵਿੱਚ ਪਾ ਦਿੱਤਾ ਹੈ ਕਿ ਇਨਸਾਨੀ ਦੁਖਾਂਤ, ਸਾਡਾ ਹੰਕਾਰ ਅਤੇ ਅਧੂਰੀਆਂ ਇੱਛਾਵਾਂ ਦਾ ਦਰਦ ਉਹਨਾਂ ਥਾਵਾਂ ਤੇ ਹਮੇਸ਼ਾ ਲਈ ਆਪਣਾ ਇੱਕ ਗਹਿਰਾ, ਕਦੇ ਨਾ ਮਿਟਣ ਵਾਲਾ ਨਿਸ਼ਾਨ ਛੱਡ ਜਾਂਦਾ ਹੈ। ਕਿ ਕਿਸੇ ਦਾ ਇੱਕ ਵਾਰ ਰਹਿ ਗਿਆ ਗੁੱਸਾ ਸਮੇਂ ਦੇ ਨਾਲ ਕਦੇ ਖਤਮ ਨਹੀਂ ਹੁੰਦਾ। ਇਹ ਇੱਕ ਅਜਿਹਾ ਸਵਾਲ ਹੈ ਜੋ ਸ਼ਾਇਦ ਹਮੇਸ਼ਾ ਸਾਡੇ ਜ਼ਿਹਨ ਵਿੱਚ ਗੂੰਜਦਾ ਰਹੇਗਾ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਬਸ ਇੰਨਾ ਹੀ। ਉਮੀਦ ਹੈ ਤੁਹਾਨੂੰ ਕੁਝ ਨਵਾਂ ਅਤੇ ਹੈਰਾਨੀਜਨਕ ਜਾਣਨ ਨੂੰ ਮਿਲਿਆ ਹੋਵੇਗਾ।